दंडौत बंदन अनेक बार, सर्व कला समरथ डोलण ते राखो प्रभु, नानक दे कर हथ। जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराए तेहा हऊँ करी वख्यान। सतनाम वाहिगुरु साहिब जी, सुख दुख जिह पर सै नहीं, लोभ मोह अभिमान। कहो नानक सुन रे मना, सो मूरत भगवान। उस्तत निंदिया नाहि जे, कंचन लो समान। कहो नानक सुन रे मना, मुकत ताहे तै जान। हरख सोग जाके नहीं, बैरी मीत समान। कहो नानक सुन रे मना, मुकत ताहे तै जान। हरख सोग जाके नहीं, बैरी मीत समान। कहो नानक सुन रे मना, मुकत ताहे तै जान। वाहिगुरु जी का खालसा, वाहिगुरु जी की फतेह। परम सन्मान योग जुग हो जुग अटल सतगुरु, तन तन गुरु ग्रंथ ਸਾਹਿਬ महाराज जी ਦੀ पावन पवित्र हजूरी अंदर सुबाईमान खोई बैठी गुरु सवारी सत संगी जनो, वडभागी हो सतगुरां दी अपार बख्शिश रहमत सदका अमृत वेले दी संभाल करदे होए, अमृत वेले दे दीवाना अंदर जुड़ बैठ संगति रूप अंदर नितनेम बाणी दा जाप कीता है। सतगुरु कृपा करन, ਸਾਹਿਬ दे दरबार अंदर जिथे जुड़ बैठे हाँ, उथे मन दी पत्री वाचन दी भी जाच आ जाए। ये सब कुछ गुरु बख्शिश रहमत किरपा दे नाल ही होना है। साहिब सतगुरु गुरु तेग बहादुर साहिब जी
ਤਿਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਜੋ ਆਪਾਂ ਸਾਹਿਬ ਜੀ ਦੇ ਬਚਨਾਂ ਰਾਹੀਂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਕੱਲ ਸਤਿਗੁਰੂ ਜੀ ਇਹ ਬੋਲ ਸਾਂਝੇ ਕਰ ਰਹੇ ਸਨ ਕਿ ਐ 84 ਦੇ ਸਰਦਾਰ, ਤੇਰਾ ਇਹ ਸਰੀਰ ਜਿਹੜਾ ਕਿ 5 ਤੱਤਾਂ ਦਾ ਮਾਲਕ ਨੇ ਰਚ ਦਿੱਤਾ, ਹੁਣ ਇਹ ਵੀ ਯਤਨ ਕਰ ਇਸ ਭਾਂਡੇ ਅੰਦਰ, ਇਸ ਬਰਤਨ ਦੇ ਅੰਦਰ, ਜਿੱਥੇ ਰੱਬ ਨੇ ਮਾਨੋ ਇਹ 5 ਤੱਤਾਂ ਦਾ ਬਰਤਨ ਤਾਂ ਸਾਜ ਦਿੱਤਾ, ਪਰ ਇਸ ਬਰਤਨ ਦੇ ਅੰਦਰ ਕੋਈ ਚੀਜ਼ ਵੀ ਪਈ ਹੋਈ ਏ। ਕੱਲਾ ਇਹ ਨਹੀਂ ਕਿ ਬਰਤਨ ਬਣਾ ਕੇ ਖਾਲੀ ਛੱਡ ਦਿੱਤਾ, ਜਿੰਨੇ ਵੀ ਬਰਤਨ ਬਣਾਏ ਜਾਂਦੇ ਨੇ ਕੁਝ ਪਾਉਣ ਵਾਸਤੇ ਹੀ ਬਣਾਏ ਜਾਂਦੇ ਨੇ। ਸਾਹਿਬ ਨੇ ਇਹ 5 ਤੱਤਾਂ ਦਾ ਬਰਤਨ, ਇਹ ਭਾਂਡਾ ਬਣਾਇਆ ਤੇ ਇਸ ਅੰਦਰ ਆਪਣੀ ਜੋਤ ਟਿਕਾ ਦਿੱਤੀ। ਸਾਹਿਬ ਕਹਿਣ ਲੱਗੇ ਫਿਰ ਕੱਲਾ ਤੇਰੇ ਅੰਦਰ ਹੀ ਨਹੀਂ, ਉਸਨੇ ਹਰ ਪ੍ਰਾਣੀ, ਹਰ ਜੀਵ ਦੇ ਅੰਦਰ ਆਪਣੀ ਜੋਤ ਨੂੰ ਟਿਕਾ ਦਿੱਤਾ। ਉਸ ਨੂੰ ਹਾਜ਼ਰ ਨਾਜ਼ਰ ਜੇ ਜਾਣੇਗਾ ਤੇ ਕਦੀ ਵੀ ਤੇਰੇ ਜੀਵਨ ਦੇ ਅੰਦਰ ਕੋਈ ਗਲਤ ਫੁਰਨਾ ਜਿਹੜਾ ਹੈ ਉਹ ਨਹੀਂ ਫੁਰ ਸਕਦਾ। ਕੱਲ ਵਿਸਥਾਰ ਸਹਿਤ ਇਹਨਾਂ ਬਚਨਾਂ ਨੂੰ ਸਰਵਣ ਕੀਤਾ। ਅੱਜ ਸਾਹਿਬ ਜੀ ਦੇ 3 ਸ਼ਲੋਕ ਜੋ ਪਾਠ ਰੂਪ ਅੰਦਰ ਸਰਵਣ ਕੀਤੇ ਨੇ, ਇਹਨਾਂ ਅੰਦਰ ਸਾਹਿਬ ਜੀ ਕੀ ਬਖਸ਼ਿਸ਼ ਰਹਿਮਤ ਵਰਤਾ ਰਹੇ ਹਨ। ਵਿਚਾਰਾਂ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਸ ਬਖਸ਼ਦੇ ਹੋਏ ਗੁਰੂ ਸਾਹਿਬ ਜੀ ਦੇ ਇਹ ਪਾਵਨ ਬੋਲ ਜਾਂ ਸਾਹਿਬ ਜੀ ਦੇ ਇਹ ਬਖਸ਼ੇ ਮੰਤਰ ਪਿਆਰ ਸਤਿਕਾਰ ਦੇ ਨਾਲ ਆਪਾਂ ਆਪਣੀ ਰਸਨਾ ਤੇ ਲੈ ਕੇ ਆਈਏ। ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਇਹ 3 ਸ਼ਲੋਕ ਪਾਠ ਰੂਪ ਅੰਦਰ ਸਰਵਣ ਕੀਤੇ ਨੇ, ਮਨ ਦੇ ਅੰਦਰ ਵਿਚਾਰ ਜਿਸ ਵਕਤ ਮੱਥਾ ਟੇਕਿਆ ਉਸ ਵਕਤ ਆਈ ਕਿ ਖੇ ਗੁਰੂ ਤੇਗ ਬਹਾਦਰ ਸਾਹਿਬ ਜੀ, ਅਸੀਂ ਕਿਸੇ ਦੇਹ ਧਾਰੀ ਗੁਰੂ ਦਾ ਕੀ ਕਰਨਾ ਹੈ, ਕੀ ਕਰਨੇ ਦੇਹ ਧਾਰੀ ਗੁਰੂ ਦੇ ਕੋਲ ਜਾ ਕੇ ਤੂੰ ਤੇ ਹਾਜ਼ਰ ਨਾਜ਼ਰ ਹੈ। ਕਿਤੇ ਵਿਸ਼ਵਾਸ, ਕਿਤੇ ਭਰੋਸਾ ਬਣ ਜਾਏ। ਜਿਹੜੇ 3 ਸ਼ਲੋਕਾਂ ਨੂੰ ਅੱਜ ਵਿਚਾਰਨ ਲੱਗੇ ਆ, ਇਹ ਤਾਂ ਤੁਸੀਂ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਾਰੀ ਗੱਲ ਸਾਂਝੀ ਕਰ ਦਿੱਤੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਾਰਾ ਬਚਨ ਅੱਗੇ ਜਾ ਕੇ ਵਿਚਾਰਾਂਗੇ। ਸਾਹਿਬ ਜੀ ਨੇ ਉਹਨਾਂ ਬਚਨਾਂ ਦੀ ਹੀ ਇਹਨਾਂ ਸ਼ਲੋਕਾਂ ਦੇ ਅੰਦਰ ਵਿਆਖਿਆ ਕਰ ਦਿੱਤੀ। ਕਹਿਣ ਲੱਗੇ, ਸੁਖ ਦੁੱਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਕਿ ਜਿਸ ਦੇ ਜੀਵਨ ਦੇ ਅੰਦਰ ਸੁਖ ਦੇ ਅੰਦਰ ਵਿਚਰਨ ਦੀ ਵੀ ਤਾਕਤ ਆ ਜਾਏ, ਦੁੱਖ ਦਾ ਸਾਹਮਣਾ ਕਰਨ ਦੀ ਵੀ ਤਾਕਤ ਆ ਜਾਏ, ਨਾ ਉਸ ਨੂੰ ਲੋਭ ਗ੍ਰਸ ਸਕੇ, ਨਾ ਉਸ ਦੇ ਉੱਪਰ ਕੋਈ ਮੋਹ ਪ੍ਰਭਾਵ ਪਾ ਸਕੇ, ਨਾ ਉਸ ਨੂੰ ਅਭਿਮਾਨ ਹੰਕਾਰ ਆਵੇ। ਤੇ ਸਾਹਿਬ ਕਹਿਣ ਲੱਗੇ, ਇਸ ਤਰ੍ਹਾਂ ਦਾ ਸਰੀਰ ਦੇਖ ਕੇ ਕਹਿਣਾ ਪੈਂਦਾ ਹੈ ਕਿ ਇਹ ਤਾਂ ਮਾਨੋ ਰੱਬ ਦੀ ਹੀ ਮੂਰਤ ਹੈ। ਰੱਬ ਦੇ ਦੀਦਾਰ ਬਸ ਉਸ ਪ੍ਰਾਣੀ ਨੂੰ ਕੀ ਦੇਖ ਕੇ ਹੋ ਜਾਂਦੇ ਨੇ। ਦੇਖੋ ਸਤਿਗੁਰੂ ਦੀ ਪਾਵਨ ਬਾਣੀ ਪੜ੍ਹਦੇ ਆ, ਆਪ ਜੀ ਨੇ ਨਿਤਨੇਮ ਕੀਤਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਇਹੀ ਗੱਲ ਕਰ ਗਏ ਕਿ ਰੱਬ ਨੇ ਆਪਣਾ ਉਹ ਸਰੂਪ 5 ਤੱਤਾਂ ਦਾ ਧਾਰ ਕੇ ਸਾਡੇ ਸਾਹਮਣੇ ਨਹੀਂ ਆਉਣਾ,
ना ही वो पंजां तत्तां दा स्वरूप है, ना ही उसकी कोई निशानी, ना ही उसका कोई चक्कर चिन्ह है, ना ही वो किसी भेख दे अंदर है। गुरु गोबिंद सिंह पातशाह जी ने जाप साहिब दी आरंभता दे अंदर ये सारियां गल्लां सांझियां कर दित्तियां कि चक्कर चिन्ह अर बरन जात अर पात नाहिन जे, रूप रंग अर रेख भेख को कह न सकत के, अचल मूर्त अनुभव प्रकाश अमितोज कहिजै, कोट इंद्र इंद्राण शाह शहान गणिजै, त्रिभवन महीप सुर नर असुर, नेत नेत बण तृणकैत, तब सर्ब नाम कथै कवण, कर्म नाम वर्णत सुमत, कि तेरा कोई भी स्वरूप नहीं, तेरा कोई चक्कर चिन्ह नहीं। ऐसे ਨੂੰ ही गुरु नानक साहब जी ने मूल मंत्र दे अंदर भी बयान कर दिता कि तू सह भंग है, तेरा प्रकाश अपने आप तो है। असी जिन्ने भी जीव जगत दे अंदर आए सारे माता पिता दे राही जगत अंदर आए हैं, माता पिता दे राही साडा जन्म होया, पर आपां ये तां नहीं कह सकते कि रब दा भी कोई माता पिता है। रब ने भी माता पिता राही जन्म लिया, कह लगे नहीं वो सह भंग है, उसका प्रकाश अपने आप तो है। सहम कह लगे सुख दुख जे परसै नहीं लोभ मोह अभिमान, कहो नानक सुन रे मना सो मूरत भगवान। रब ने अपना स्वरूप धार के सामने नहीं आउणा, पर जेड़े किते करते दे हुक्म दे अंदर रजा दे अंदर विचरदे हन, सहम कहन लगे मानो ओ भी रब दी ही मूर्त हन। हुण जीवन दे अंदर सुख भी आएगा, जीवन दे अंदर दुख भी आएगा। ये वखरी गल कि असीं बड़ी जल्दी कुरलाट पा के उसे वक्त छोटियां छोटियां अरदासां छोटे छोटे तरले लेने शुरू कर देने आ कि अज सिर दर्द हो रहा है, अज बुखार आ गया, हुण दे अरोगता दे दे। सतगुरु दा घर कहंदा जीवन अंदर सुख भी चलेगा, जीवन अंदर दुख भी चलेगा, इन्हां दा सामना करना पैना है। सुख दुख दोए दर कपड़े पैरे जाए मनुख, जिवें दा मौसम आ जांदा है उसे दा तरह दा अपने असीं तन दे उपर कपड़ा असीं वस्त्र धारण कर लैने आ। जे गर्मियां दा समा आए ते वस्त्र पतले पै जांदे ने, जे सर्दी दा समा आ जाए ते अपने तन दे उपर असीं मोटे वस्त्र धारण कर लैने आ। सहम कहन लगे सुख भी आउणा दुख भी आउणा, ये तां पहले जामे तो ही ऐसा चल पिया। जिथे गुरु नानक साहब जी नूं सिद्ध पुरुषां ने भाई गुरदास जी ने जेड़े बोल सांझे कीते कि जगह जगह ते गुरु नानक साहब विचरदे ने ते लोकां ने बड़ा मान सन्मान दिता। इथों तक भाई गुरदास जी कहंदे जे गुरु नानक साहब सुमेर पर्वत दे उपर जांदे ने ते ओ सिद्ध पुरुष जेड़े आप भी बड़ा ज्ञान रखदे ने, लंबियां उन्हां दियां उमरां ने, जे गुरु नानक साहब जी नूं ਉਹ ਸੰਬੋਧਨ ਕਰਦੇ ਨੇ ਤੇ ਬਾਲਾ ਸ਼ਬਦ ਉਹ ਵਰਤਦੇ ਨੇ। ਬਾਲਾ ਸ਼ਬਦ ਜਿਹੜਾ ਹੈ ਬੱਚੇ ਵਾਸਤੇ ਵਰਤਿਆ ਗਿਆ ਤੇ ਉਹਨਾਂ ਭਾਈ ਗੁਰਦਾਸ ਜੀ ਨੇ ਜਿਹੜੇ ਬੋਲ ਸਾਂਝੇ ਕੀਤੇ ਕਿ ਸਿੱਧ ਪੁਰਸ਼ ਕਹਿਣ ਲੱਗੇ ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ, ਧੰਨ ਨਾਨਕ तेरी वड्डी कमाई। हे गुरु नानक साहब जी आरजा साडी वड्डी पर कमाई तेरी वड्डी, क्योंकि सारी बख्शिश रहमत तुसी पहला लेके आए हो। दुनिया अंदर असी आए सारियां ने पहला कुछ ना कुछ पढ़ाई करनी है तां जाके कुछ दुनिया अंदर कामयाबी मिलती है, पर यह बचन गुरु नानक साहब ते तां लागू नहीं हुंदे। वो तां सारी बख्शिश रहमत पहला ही लेके आए हुए ने। ताई शायद भाई गुरदास जी ने कहा कि पहला बाबे पाया बख्श दर, पिछों दे फिर घाल कमाई, रेत अक आहार कर, रोड़ा दी गुर करी विछाई। वो सारी रहमत पहला लेके आए ने, ताही बाद अंदर फिर ये सारी बख्शिश रहमत जगत दे अंदर वंडन वास्ते निकले ने। मैं जिक्र कर रहा
ਇੱਕ ਪਾਸੇ ਸੁਖ ਹੈ, ਬੜਾ ਮਾਨ ਸਨਮਾਨ ਮਿਲ ਰਿਹਾ ਹੈ। ਗੁਰੂ ਨਾਨਕ ਸਾਹਿਬ ਜਿੱਥੇ ਜਾ ਰਹੇ ਨੇ ਸਾਰੇ ਮਾਨ ਸਨਮਾਨ ਆਦਰ ਕਰਦੇ ਨੇ, ਪਰ ਜਦੋਂ ਦੂਸਰੇ ਪੱਖ ਨੂੰ ਦੇਖਦੇ ਆ ਤੇ ਸਾਹਿਬ ਕਹਿਣ ਲੱਗੇ ਸਾਰੇ ਵੀ ਸਹਿਮਤ ਨਹੀਂ ਹੋਏ। ਬੜੇ ਐਸੇ ਸਨ ਜਿਨ੍ਹਾਂ ਨੇ ਮੰਦੇ ਬੋਲ ਵੀ ਬੋਲੇ, ਜਿਹੜੇ ਆ ਕੇ ਤਰ੍ਹਾਂ ਤਰ੍ਹਾਂ ਦੇ ਜਿਨ੍ਹਾਂ ਚੋਂ ਕੋਈ ਮਤਲਬ ਨਹੀਂ ਨਿਕਲਦਾ ਉਹ ਵੀ ਸਵਾਲ ਆ ਕੇ ਕੀਤੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੀਵਨ ਅੰਦਰ ਕੁਝ ਚੱਲਦਿਆਂ ਫਿਰਦਿਆਂ ਜਗ੍ਹਾ ਜਗ੍ਹਾ ਤੇ ਵਿਚਰਦਿਆਂ ਕੁਝ ਦੁੱਖ ਦਾ ਸਾਹਮਣਾ ਵੀ ਕਰਨਾ ਪਿਆ। ਉਹ ਕਿਹੜਾ? ਸਾਹਿਬ ਕਹਿਣ ਲੱਗੇ ਕੋਈ ਕਿਵੇਂ ਦੇ ਬੋਲ ਬੋਲ ਕੇ ਚਲਾ ਗਿਆ, ਕੋਈ ਕਿਵੇਂ ਦੇ ਬੋਲ ਬੋਲ ਕੇ ਚਲਾ ਗਿਆ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਸਾਰਿਆਂ ਤੇ ਮਾਨ ਸਨਮਾਨ ਨਹੀਂ ਦਿੱਤਾ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਭੂਤਨਾ ਬੇਤਾਲਾ ਕਹਿ ਗਿਆ, ਕੋਈ ਮਾਨ ਸਨਮਾਨ ਦੇ ਗਿਆ। ਸਾਹਿਬ ਕਹਿਣ ਲੱਗੇ ਤੇਰੇ ਜੀਵਨ ਦੇ ਅੰਦਰ ਸੁੱਖ ਵੀ ਆਉਣਾ ਹੈ, ਤੇਰੇ ਜੀਵਨ ਦੇ ਅੰਦਰ ਦੁੱਖ ਵੀ ਆਉਣਾ ਹੈ। ਇਹ ਪੂਰਨੇ ਗੁਰੂ ਸਾਹਿਬ ਆਪ ਪਾ ਕੇ ਚਲੇ ਗਏ। ਜੇ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਦੀਦਾਰ ਸ਼ਬਦ ਰਾਹੀਂ ਜਾਂ ਇਤਿਹਾਸ ਰਾਹੀਂ ਕਰਦੇ ਆ, ਭਾਵੇਂ ਉਹਨਾਂ ਨੇ ਮਹਾਨ ਖਜ਼ਾਨਾ ਦਿੱਤਾ ਤੇ ਭੱਟ ਸਾਹਿਬਾਨਾਂ ਨੇ ਕਹਿ ਦਿੱਤਾ ਹੇ ਗੁਰੂ ਅਰਜਨ ਸਾਹਿਬ ਜੀ ਤੇਰੀ ਖਰ ਥਾਂ ਤੇ ਹੀ ਚਲਦੀ ਹੈ। ਧਰਨ ਗगन नवखंड में जोत स्वरूपी रहो पर पन मथुरा कश भेद नहीं गुर अर्जुन प्रतख हर। हे गुरु अर्जुन साहब जी तुसी तां सानू परमात्मा दा रूप ही नजर आउंदे हो, पर जदों गुरु अर्जुन साहब जी नूं इस समय दी जालम सरकार ने तत्ती लोह दे उपर बिठा दिता। बचन में सांझे कर रहा सुख दुख जे परसै नहीं। साहब कहन लगे सुख भी आउणा दुख भी आउणा। गुरु अर्जन साहब जी नूं अमृतसर साहब दी धरती ते संगतां मान सन्मान दे रहीआं ने। हरमंदर साहिब वर्गा मकान तीर्थ ओ केंद्री स्थान उसार के रख दिता ते अज तत्ती लोह उपर बैठ गए ते कोल आके साईं मियां मीर, क्योंकि वो भी लाहौर दी धरती ते रहन वाले ने, उन्हां ने आके एक बचन साझा कीता। हे गुरु अर्जन साहब जी जे तुसी कहो ते इन्हां ਜ਼ਾਲਮਾਂ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਜਾਏ, ਤੁਹਾਡੇ ਵਰਗੀ ਮਹਾਨ ਉਹ ਰੱਬ ਦੀ ਮੂਰਤ, ਤੁਹਾਡੇ ਵਰਗਿਆਂ ਨੂੰ ਤੱਤੀ ਲੋਹ ਦੇ ਉੱਪਰ ਬਿਠਾ ਦਿੱਤਾ ਗਿਆ। ਜਿਹੜਾ ਘਰ ਕਿਸੇ ਦਾ ਕਦੀ ਵੀ ਬੁਰਾ ਨਹੀਂ ਚਾਹੁੰਦਾ, ਇਹ ਘਰ ਸਾਰਿਆਂ ਨੂੰ ਆਵਾਜ਼ਾਂ ਮਾਰਦਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਕਿ ਸਾਰੇ ਆਓ ਆ ਕੇ ਰੱਬ ਦੀਆਂ ਗੱਲਾਂ ਇੱਥੇ ਕਰ ਸਕਦੇ ਹੋ। ਇਸ ਘਰ ਦੇ ਅੰਦਰ ਇੰਨੀ ਆਜ਼ਾਦੀ, ਭਗਤ ਸਾਹਿਬਾਨਾਂ ਨੂੰ ਬਰਾਬਰਤਾ ਦਾ ਮਾਨ ਸਨਮਾਨ ਤੁਸੀਂ ਦੇ ਦਿੱਤਾ। हे ਗੁਰੂ ਅਰਜਨ ਸਾਹਿਬ ਇਹਨਾਂ ਜ਼ਾਲਮਾਂ ਨੂੰ ਕੋਈ ਸਬਕ ਸਿਖਾਇਆ ਜਾਏ। ਤੇ ਉਸ ਵਕਤ ਗੁਰੂ ਅਰਜਨ ਸਾਹਿਬ ਜੀ ਦਾ ਉੱਤਰ ਸੀ, ਕਹਿਣ ਲੱਗੇ ਜਦੋਂ ਕਰਤਾ ਹਿਰਦੇ ਅੰਦਰ ਵਸ ਜਾਏ ਫਿਰ ਉਸ ਦੇ ਭਾਣੇ ਅੰਦਰ ਰਜਾ ਦੇ ਅੰਦਰ ਚੱਲਣ ਦੀ ਜਾਚ ਆ ਜਾਂਦੀ ਏ। ਸੁੱਖ ਵੀ ਜਰਨਾ ਪੈਂਦਾ ਹੈ, ਦੁੱਖ ਵੀ ਜਰਨਾ ਪੈਂਦਾ ਹੈ। ਇਹ ਨਹੀਂ ਕਿ ਸੁੱਖ ਦੇ ਅੰਦਰ ਉਛਾਲੇ ਮਾਰ ਦਿੱਤੇ, ਦੁੱਖ ਆਇਆ ਤੇ ਰੋਣ ਲੱਗ ਪਏ। ਉਸ ਵਕਤ ਫਿਰ ਵਿਦਵਾਨ ਨੇ ਜਿਹੜੇ ਬੋਲ ਸਾਂਝੇ ਕੀਤੇ, ਸਾਈਂ ਮੀਆਂ ਮੀਰ ਜੀ ਕੋਲ ਖੜੇ ਹੋਏ ਨੇ। ਆਲੇ ਦੁਆਲੇ ਜਿੰਨੇ ਇਹ ਲੋਕ ਹਨ ਸਾਰੇ ਤਪਾਉਣ ਦਾ ਯਤਨ ਕਰ ਰਹੇ ਨੇ, ਪਰ ਉਸ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਸਾਹਿਬ ਜੀ ਦਾ ਇਹ ਹਿਰਦਾ ਕੋਈ ਵੀ ਨਾ ਤਪਾ ਸਕੇ। ਉਸ ਵਕਤ ਵਿਦਵਾਨ ਨੇ ਬੋਲ ਸਾਂਝੇ ਕੀਤੇ, ਕਹਿਣ ਲੱਗੇ ਚਾਰੇ ਪਾਸੇ ਅੱਗ ਬਰਸੇ। ਬਚਨ ਕਰ ਰਿਹਾ ਕਿ ਦੁੱਖ ਸੁੱਖ ਜੇ ਪਰਸੇ ਨਹੀਂ, ਨਾ ਸੁੱਖ ਦੀ ਪਰਵਾਹ ਨਾ ਦੁੱਖ ਦੀ ਪਰਵਾਹ। ਚਾਰੇ ਪਾਸੇ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਤਨ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿਠਾ ਹਾਲ ਆ ਯਦ ਯਾਰ ਦਾ, ਉਹ ਵਿਆਕੁਲ ਹੋ ਗਿਆ ਤੇ ਚੀਕ ਢਾਈ ਮਾਰਦਾ। ਸੁਣ ਸਤਿਗੁਰਾਂ ਕਿਹਾ ਮੀਆਂ छोड़ो प्रीति चाम से, क्या हुआ तन जल रहा है हम शांत हैं।
ਹਰ ਨਾਮ ਸੇ। ਸਾਡੇ ਕੋਲ ਨਾਮ ਦੀ ਦਾਤ, ਉਹ ਨਾਮ ਦੀ ਦਾਤ ਅੰਦਰ ਨੂੰ ਤਪਣ ਹੀ ਕੋਈ ਨਹੀਂ ਦਿੰਦੀ। ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ। ਸੋ ਮੂਰਤ ਭਗਵਾਨ ਜਿਸ ਉਪਰ ਨਾ ਸੁਖ ਪ੍ਰਭਾਵ ਪਾ ਸਕੇ ਨਾ ਦੁੱਖ ਪ੍ਰਭਾਵ ਪਾ ਸਕੇ, ਮਾਨੋ ਉਹ ਰੱਬ ਦੀ ਮੂਰਤ ਹੈ। ਤੇ ਇਹ ਕੱਲੇ ਬਚਨ ਸਤਿਗੁਰੂ ਉੱਪਰ ਹੀ ਲਾਗੂ ਨਹੀਂ ਹੁੰਦੇ, ਇਹ ਸਾਡੇ ਉੱਪਰ ਵੀ ਸਤਿਗੁਰੂ ਨੇ ਲਾਗੂ ਕੀਤੇ ਕਿ ਇਸ ਤਰ੍ਹਾਂ ਦਾ ਜੀਵਨ ਬਣ ਜਾਏ। ਇਹ ਨਹੀਂ ਕਿ ਕਹਿ ਦਈਏ ਕਿ ਉਹ ਤੇ ਗੁਰੂ ਸਾਹਿਬਾਨ ਸਨ, ਉਹ ਇਹਨਾਂ ਦੁੱਖ ਝੱਲ ਗਏ, ਉਹ ਦੁੱਖ ਦਾ ਸਾਹਮਣਾ ਕਰ ਗਏ। ਉਹ ਤੈਨੂੰ ਵੀ ਇਸੇ ਹੀ ਲੈਵਲ ਤੇ ਲੈ ਕੇ ਆਉਣਾ ਚਾਹੁੰਦੇ ਨੇ ਕਿ ਜੀਵਨ ਇਸ ਤਰ੍ਹਾਂ ਦਾ ਬਣ ਜਾਏ। ਫਿਰ ਕਦੀ ਵੀ ਜੀਵਨ ਦੇ ਅੰਦਰ ਕੁਰਲਾਏਗਾ ਨਹੀਂ, ਕਦੀ ਡੋਲੇਗਾ ਨਹੀਂ, ਕਦੀ ਘਰ ਅੰਦਰ ਦੁੱਖ ਪਰੇਸ਼ਾਨੀ ਆ ਗਈ ਸੁਸਾਈਡ ਵਾਲੇ ਪਾਸੇ ਨਹੀਂ ਜਾਏਗਾ। ਆਪਣਾ ਅਤੇ ਆਪਣੇ ਪਰਿਵਾਰ ਨੂੰ ਖਤਮ ਕਰਨ ਦਾ ਤੂੰ ਯਤਨ ਨਹੀਂ ਕਰੇਗਾ। ਸਮਝ ਪੈ ਜਾਏਗੀ ਇਹ ਜੀਵਨ ਅੰਦਰ ਸੁੱਖ ਵੀ ਚੱਲੇਗਾ, ਇਹ ਜੀਵਨ ਦੇ ਅੰਦਰ ਦੁੱਖ ਵੀ ਚੱਲੇਗਾ। ਜਿਸ ਵਕਤ ਇਤਿਹਾਸ ਨੂੰ ਪੜ੍ਹਦੇ ਆ, ਇਹ ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਵਾਪਰਿਆ 100 ਸਾਲ ਪਹਿਲਾਂ, ਜਿਹੜੀ ਆਪਾਂ ਪਿਛਲੇ ਦਿਨੀ ਪਹਿਲੀ ਸ਼ਤਾਬਦੀ ਮਨਾ ਕੇ ਖਟੇ ਆ, ਉਹ ਸਾਰੇ ਹੀ ਜਥੇ ਦੇ ਜਿਹੜੇ ਆਗੂ ਸਨ, ਭਾਈ ਸਾਹਿਬ ਭਾਈ ਲਛਮਣ ਸਿੰਘ, ਉਹ ਸਾਰਾ ਜਥਾ ਲੈ ਕੇ ਆਪਣੇ ਨਗਰ ਦੇ ਅੰਦਰ ਅਰਦਾਸ ਬੇਨਤੀ ਕਰਕੇ ਕੁਝ ਪ੍ਰਾਣੀਆਂ ਨੂੰ ਨਾਲ ਲੈ ਕੇ ਜਦੋਂ ਤੁਰਨ ਲੱਗਦੇ ਨੇ ਤੇ ਇਹ ਪਿੰਡ ਦੇ ਨਗਰ ਦੇ ਗੁਰਦੁਆਰੇ ਦੇ ਅੰਦਰ ਅਰਦਾਸ ਕਰਨ ਵਾਸਤੇ ਚਲੇ ਗਏ। ਗਲ ਅੰਦਰ ਪੱਲਾ ਪਾਇਆ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹੇ ਗੁਰੂ ਨਾਨਕ ਸਾਹਿਬ ਜੀ, ਤੇਰੀ ਉਹ ਧਰਤੀ ਨਨਕਾਣਾ ਸਾਹਿਬ ਜਿੱਥੇ ਆਪ ਜੀ ਦਾ ਆਗਮਨ ਹੋਇਆ, ਜਿੱਥੇ ਹੁਣ ਤੱਕ ਸੱਚ ਦੇ ਖੋਕੇ ਲੱਗਦੇ ਰਹੇ, ਉੱਥੇ ਬੈਠਾ ਹੋਇਆ ਨਰੈਣੂ ਮਖੰਤ ਬੜੇ ਮੰਦੇ ਕਾਰੇ ਕਰ ਰਿਹਾ ਹੈ। ਉਸ ਨੂੰ ਸਬਕ ਸਿਖਾਉਣ ਵਾਸਤੇ ਜਾਣਾ ਤੇ ਕਿਰਪਾ ਕਰੀ ਸਾਡਾ ਸਾਥ ਦੇ ਦੇਈ। ਜਿਸ ਵਕਤ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਲਿਆ ਜਾਂਦਾ ਹੈ ਤੇ ਹੁਕਮਨਾਮੇ ਦੇ ਇਹ ਬੋਲ ਸਨ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਲਛਮਣ ਸਿੰਘਾ ਆਵੇਂਗਾ ਜ਼ਰੂਰ ਇਸ ਅਸਥਾਨ ਤੇ, ਇਹ ਹੋ ਸਕਦਾ ਹੈ ਪਾਵਨ ਅਸਥਾਨ ਆਜ਼ਾਦ ਹੋ ਜਾਏ, ਕਿਉਂਕਿ ਤੇਰੀ ਭਾਵਨਾ ਐਸੀ ਹੈ। ਤੇ ਸਾਰੇ ਜਥੇ ਦੇ ਉੱਪਰ ਪਤਾ ਨਹੀਂ ਕਿਹੋ ਜਿਹਾ ਭਾਣਾ ਵਾਪਰ ਜਾਏ। ਇੱਥੇ ਸਰੀਰ ਟੁਕੜੇ ਟੁਕੜੇ ਹੋ ਸਕਦੇ ਨੇ, ਇੱਥੇ ਅੱਗ ਦੇ ਅੰਦਰ ਪੇਟਾ ਹੋ ਸਕਦੇ ਨੇ ਸਰੀਰ। ਉਹ ਸਾਰਾ ਬਚਨ ਹੈ ਸਾਹਿਬ ਜੀ ਦੇ, ਗੁਰੂ ਰਾਮਦਾਸ ਪਾਤਸ਼ਾਹ ਦੇ ਬੋਲ ਨੇ ਸੂਹੀ ਰਾਗ ਦੇ ਅੰਦਰ ਕਿ ਜੇ ਸੁਖ ਦੇ, ਹੁਕਮਨਾਮਾ ਸੀ ਉਸ ਦਿਨ ਦਾ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਤੇ ਇਹ ਅਰਦਾਸ ਬੇਨਤੀ ਕਰਕੇ ਜਦੋਂ ਨਗਰ ਤੋਂ ਜਿੰਨੇ ਕ ਨਾਲ ਰਲੇ ਚੱਲ ਪਏ, ਰਸਤੇ ਅੰਦਰ ਫਿਰ ਇੱਕ ਨਗਰ ਆਉਂਦਾ ਹੈ ਜਿਸ ਦਾ ਨਾਮ ਨਜਾਮਪੁਰ ਦੇਵਾ ਸਿੰਘ ਵਾਲਾ ਆਉਂਦਾ ਹੈ। ਇਸ ਨਗਰ ਦੇ ਵਿੱਚੋਂ ਕੁਝ ਜਥੇ ਦੇ ਨਾਲ ਹੋਰ ਸਿੰਘ ਰਲਦੇ ਨੇ ਤੇ ਅੱਜ ਫਿਰ ਇੱਥੇ ਇਸ਼ਨਾਨ ਪਾਨ ਕਰਕੇ ਇਹ ਨਗਰ ਵਾਲੇ ਵੀ ਕਹਿਣ ਲੱਗੇ ਹੁਣ ਅਰਦਾਸ ਕਰ ਜਾਈਏ। ਜਦੋਂ ਸਾਰੇ ਜਥੇ ਨੇ ਫਿਰ ਅਰਦਾਸ ਕੀਤੀ ਤੇ ਦੇਖੋ ਸਤਿਗੁਰੂ ਦੀ ਬਖਸ਼ਿਸ਼ ਰਹਿਮਤ, ਸਤਿਗੁਰੂ ਦੀ ਪਾਵਨ ਬਾਣੀ ਉੱਪਰ ਕਿਤੇ ਸਾਡਾ ਵਿਸ਼ਵਾਸ, ਕਿਤੇ ਭਰੋਸਾ ਬਣ ਜਾਏ ਕਿ ਖੇ ਸਤਿਗੁਰੂ ਜੀ ਤੂੰ ਗੁਰੂ ਗ੍ਰੰਥ ਸੱਚੀ ਕਹਿੰਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਸਾਡਾ ਵਿਸ਼ਵਾਸ ਬਣ ਜਾਏ। ਉੱਥੇ ਫਿਰ ਇਹੀ ਬਚਨ ਆ ਰਿਹਾ ਸੀ ਕਿ ਐ ਜਥੇ ਦੇ ਸਿੰਘੋ ਪਹੁੰਚੋਗੇ ਜ਼ਰੂਰ, ਪਰ ਭਾਣੇ ਵਾਪਰ ਸਕਦੇ ਨੇ। ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹੀ ਹੁਕਮਨਾਮਾ ਫਿਰ ਦੁਬਾਰਾ ਆ ਰਿਹਾ ਹੈ
ਤੇ ਆਖਰ ਪੈਂਡਾ ਤੈਅ ਕਰਦੇ ਹੋਏ ਜਿਸ ਵਕਤ ਨਨਕਾਣਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ, ਉੱਥੇ ਜਾ ਕੇ ਉਸ ਕੁਕਰਮੀਆਂ ਨੂੰ ਸੋਧਣ ਦਾ ਯਤਨ ਕਰਦੇ ਨੇ ਤੇ ਉੱਥੇ ਆਪਾ ਵਾਰ ਦਿੰਦੇ ਨੇ, ਆਪਾ ਕੁਰਬਾਨ ਹੋ ਜਾਂਦਾ ਹੈ। ਕੁਝ ਸਿੰਘਾਂ ਦੇ ਟੁਕੜੇ ਕਰ ਦਿੱਤੇ ਗਏ, ਕੁਝ ਸਿੰਘ ਜਿਹੜੇ ਨੇ ਉਹ ਅਗਨ ਭੇਟ ਕਰ ਦਿੱਤੇ ਗਏ। ਖੈਰ ਲੰਬਾ ਇਤਿਹਾਸ, ਪਰ ਮੈਂ ਵਿੱਚੋਂ ਇਹ ਬਚਨ ਲੈ ਰਿਹਾ ਕਿ ਸਤਿਗੁਰੂ ਕਹਿੰਦੇ ਸੁੱਖ ਅਤੇ ਦੁੱਖ ਦਾ ਤੈਨੂੰ ਵੀ ਸਾਹਮਣਾ ਕਰਨਾ ਪਏਗਾ ਤਾਂ ਇਸ ਘਰ ਅੰਦਰ ਪ੍ਰਵਾਨ ਹੋਏਗਾ, ਨਹੀਂ ਤੇ ਕੱਲਾ ਅਸੀਂ ਵੈਸੇ ਬਹੁਤਾਤ ਇਸੇ ਤਰ੍ਹਾਂ ਕਰਦੇ ਆਂ। ਸਾਡੇ ਘਰਾਂ ਦੇ ਅੰਦਰ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਏ ਤੇ ਅਸੀਂ ਉਸ ਵਕਤ ਜਥੇ ਨੂੰ ਪਹਿਲਾਂ ਹੀ ਕਹਿ ਦੇਵਾਂਗੇ ਆ ਸ਼ਬਦ ਜਿਹੜੇ ਨੇ ਪੜ੍ਹ ਦਿੱਤੇ ਜਾਣ। ਅਸੀਂ ਨਹੀਂ ਚਾਹੁੰਦੇ ਕਿ ਆਇਆ ਹੋਇਆ ਜਥਾ ਕੋਈ ਮੌਤ ਸੰਬੰਧੀ ਸਾਡੇ ਘਰ ਦੇ ਅੰਦਰ ਸ਼ਬਦ ਪੜ੍ਹ ਜਾਏ। ਇਹ ਵੱਖਰੀ ਗੱਲ ਹੈ ਕਿ ਸਾਨੂੰ ਉਸ ਗੱਲ ਦੀ ਸਮਝ ਹੈ ਜਾਂ ਨਹੀਂ ਹੈ। ਜਿਸ ਵਕਤ ਇਹ ਬਚਨ ਪੜ੍ਹੇ ਜਾਂਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਤੇ ਧਿਆਨ ਦੇ ਨਾਲ ਸ਼ਾਇਦ ਆਪ ਜੀ ਨੇ ਵੀ ਪੜ੍ਹਿਆ ਹੋਵੇ, ਇਹ ਬਚਨ ਮੌਤ ਦੇ ਨਾਲ ਸੰਬੰਧਿਤ ਹੈ। ਬਸ ਇੱਕ ਪੰਕਤੀ ਨੂੰ ਆਪਾਂ ਭਾਵੇਂ ਲੈ ਲੈਨੇ ਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਪਰ ਜਦੋਂ ਇਸੇ ਸ਼ਬਦ ਦਾ ਕਿਤੇ ਸੈਂਟਰਲ ਆਈਡੀਆ ਦੇਖਿਆ ਜਾਂਦਾ ਹੈ, ਰਖਾਓ ਵਾਲਾ ਬੰਦ ਦੇਖਿਆ ਜਾਂਦਾ ਹੈ, ਤੇ ਉੱਥੇ ਸਾਹਿਬ ਕਹਿਣ ਲੱਗੇ ਮੇਰੇ ਮਨ ਏਕ ਸਿਉ ਚਿਤ ਲਾਏ, ਏਕਸ ਬਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਏ, ਕਿ ਸਾਰਿਆਂ ਨੇ ਮਿਟ ਜਾਣਾ ਹੈ, ਸਿਰਫ ਇੱਕ ਪਰਮਾਤਮਾ ਹੀ ਰਹੇਗਾ। ਮੇਰੇ ਮਨ ਏਕ ਸਿਉ ਚਿਤ ਲਾਏ, ਕਿਉਂਕਿ ਸ਼ਬਦ ਦਾ ਜਿਹੜਾ ਮੁੱਖ ਭਾਵ ਹੈ ਉਹ ਰਹਾਉ ਵਾਲੇ ਬੰਦ ਦੇ ਅੰਦਰ ਹੀ ਹੋਇਆ ਕਰਦਾ ਹੈ। ਪਰ ਜਿੰਨੀ ਕੁ ਸਾਨੂੰ ਸਮਝ ਅਸੀਂ ਜਾਂਦੇ ਹੀ ਕਹਿ ਦਿਆਂਗੇ ਜਾਂ ਸਮਾਪਤੀ ਤੇ ਕਹਿ ਦਿਆਂਗੇ ਕਿ ਹੁਣ ਇਹ ਬਚਨ ਪੜ੍ਹ ਦਿਓ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜਾਂ ਅਸੀਂ ਕਹਿ ਦਿਆਂਗੇ ਕਿ ਬਚਨ ਪੜ੍ਹ ਦਿਓ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜਾਂ ਅਸੀਂ ਕਹਿ ਦਿਆਂਗੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਬਸ 5-7 ਸ਼ਬਦ ਜਿਹੜੇ ਨੇ ਉਹਨਾਂ ਤੱਕ ਹੀ ਅਸੀਂ ਬਹੁਤਾਤ ਸੀਮਤ ਹਾਂ। ਅਸੀਂ ਸਤਿਗੁਰੂ ਦੇ ਉਸ ਦੂਸਰੇ ਪੱਖ ਨੂੰ ਦੇਖਣ ਦਾ ਯਤਨ ਹੀ ਨਹੀਂ ਕਰਦੇ ਜਿੱਥੇ ਸਾਹਿਬ ਨੇ ਕਿਹਾ, ਅੱਗੇ ਜਾ ਕੇ ਬਚਨ ਆਉਣਾ ਹੈ ਕਿ ਯਤਨ ਬਹੁਤ ਸੁਖ ਕੇ ਕੀਏ, ਦੁੱਖੋ ਕੀਓ ਨਾ ਕੋਏ। ਦੁੱਖ ਦਾ ਉਪਰਾਲਾ ਹੀ ਕੋਈ ਨਹੀਂ ਕੀਤਾ, ਦੁੱਖ ਦੀ ਤਿਆਰੀ ਹੀ ਕੋਈ ਨਹੀਂ ਕੀਤੀ, ਤੇ ਜਿਸ ਦਿਨ ਕੋਈ ਭਾਣਾ ਵਾਪਰ ਜਾਂਦਾ ਹੈ ਫਿਰ ਅਸੀਂ ਕਰਲਾਉਣਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਅਸੀਂ ਗੁਰੂ ਕੇ ਉਹ ਦੂਸਰੇ ਪੱਖ ਨੂੰ ਦੇਖਿਆ ਹੀ ਕੋਈ ਨਹੀਂ। ਜੇ ਸਤਿਗੁਰੂ ਵਾਰ-ਵਾਰ ਸੁੱਖ ਦੇ ਅੰਦਰ ਸ਼ੁਕਰਾਨਾ ਕਰਦੇ ਨੇ ਤੇ ਇਹ ਘਰ ਦੁੱਖ ਦੇ ਅੰਦਰ ਵੀ ਸ਼ੁਕਰਾਨਾ ਕਰਦਾ ਹੈ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਨੂੰ ਪੜ੍ਹਿਆ ਜਾਂਦਾ ਹੈ, ਜਿਸ ਵਕਤ ਸਾਹਿਬ ਜੀ ਚਮਕੌਰ ਸਾਹਿਬ ਦੀ ਧਰਤੀ ਤੇ ਆਏ ਨੇ, ਜਾਂ ਇਸ ਤੋਂ ਪਹਿਲਾਂ ਵੀ ਭਾਵੇਂ ਕਿਤੇ ਵੀ ਕੋਈ ਪੱਖ ਲੈ ਲਈਏ, ਸਰਸਾ ਨਦੀ ਦੇ ਕੰਢੇ ਤੇ ਸਾਰਾ ਪਰਿਵਾਰ ਪਹੁੰਚਦਾ ਹੈ, ਤੇ ਉਸ ਵਕਤ ਵੀ ਸਤਿਗੁਰੂ ਜੀ ਨੇ ਇਤਿਹਾਸ ਕਹਿੰਦਾ ਕਿ ਜਥੇ ਦੇ ਸਿੰਘਾਂ ਸਮੇਤ ਆਸਾ ਕੀ ਵਾਰ ਦਾ ਕੀਰਤਨ ਕੀਤਾ ਹੈ। सतगुर जब आन पहुंचे थे सरसा नदी के पास, जोगी अल्लाह यार खान दे ए बोलने, सतगुर जब आन पहुंचे थे सरसा नदी के पास, थे चाहते बुझाए वो 12 पैर की प्यास, स्नान करके और बदल के नया लिबास, वाहिगुरु का नाम जपे और करे सापास। जप जी का जाप इस घड़ी करना जरूर था, वाहिगुरु ਉਹ ਜਪਜੀ ਸਾਹਿਬ ਦਾ ਕਹਿ ਲਗੇ ਜਾਪ ਕਰਨਾ ਬੜਾ ਜ਼ਰੂਰੀ ਹੈ। ਅਸੀਂ ਤੇ ਕੁਝ ਨਾ ਕੁਝ ਘਰ ਦੇ ਅੰਦਰ ਸੋਖੀ ਬਹੁਤਾ ਵੱਧ ਜਾਏ ਤੇ ਅਸੀਂ ਉਸ ਰੱਬ ਨੂੰ ਵਿਸਾਰ ਦਿੰਨੇ ਆ। ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਪੜ ਕੇ ਗ੍ਰੰਥ ਔਰ बढ़ाना ਸਰੂਰ ਥਾ। ਸਾਡਾ ਸਰੂਰ ਤੇ ਪਾਵਨ ਬਾਣੀ ਨੂੰ ਪੜਿਆ ਹੀ ਵਧੇਗਾ, ਤਾਂ ਹੀ ਸ਼ਾਇਦ ਇਹ ਵੱਖਰੇ ਬੋਲ ਆਪਾਂ ਇਤਿਹਾਸ ਦੇ ਪੜਦੇ ਆ, ਬਾਣੀ ਦੇ ਨਹੀਂ, ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਉਹ ਤਾਂ ਹੀ ਚੜੇਗੀ ਜੇ ਗੁਰੂ ਕੇ ਇਹਨਾਂ ਬੋਲਾਂ ਨੂੰ ਪੜਾਂਗੇ। ਮੈਂ ਜ਼ਿਕਰ ਕਰਨ ਲੱਗਾ ਸਾਂ ਕਿ ਜਿਸ ਵਕਤ ਚਮਕੌਰ ਸਾਹਿਬ ਦੀ ਧਰਤੀ ਤੇ ਜੰਗ ਹੋਣਾ ਹੈ, ਰਾਤ ਦਾ ਸਮਾਂ ਹੈ, ਸਵੇਰੇ ਜੰਗ ਹੋਣਾ ਹੈ, ਤੇ ਰਾਤ ਨੂੰ ਜਦੋਂ ਜਥੇ ਦੇ ਸਿੰਘਾਂ ਨੂੰ ਸੰਭਾਲ ਰਹੇ ਨੇ ਸਤਿਗੁਰੂ, ਸੁੱਤਿਆਂ ਦੇ ਨਾਲ ਲਾਡ ਲੜਾ ਰਹੇ ਨੇ, ਆਪਣੇ ਬੱਚਿਆਂ ਦੇ ਕੋਲ ਵੀ ਚਲੇ ਜਾਂਦੇ ਨੇ ਤੇ ਆਪਣੇ ਬੱਚਿਆਂ ਦੇ ਕੋਲ ਸੁੱਤਿਆਂ ਦੇ ਮਾਨੋਂ ਗੱਲਾਂ ਬਾਤਾਂ ਕਰ ਰਹੇ ਨੇ। ਜੋਗੀ ਅੱਲਾ ਯਾਰ ਖਾਨ ਕਹਿ ਰਹੇ ਨੇ ਕਿ ਥੇ 4, ਪਹਿਲਾਂ ਤੁਸੀਂ 400
जिस वक्त आनंदपुर साहिब दी धरती ते रहिंदे सां, तुसीं मेरे 4 लाल सो, हुण 2 हो, थे 4 हो अब 2 ही, शहर ये भी ना होंगे हम सब्र करेंगे, जो अगर ये भी ना होंगे कल 4 सन अज 2 हो, कल तुसीं दोआं भी नहीं रहना, ते मैं सब्र करांगा कि मेरी परमात्मा दे नाल इसे तरह सही सलामत निभ जाए, मैं तेरा शुकराना सदा करदा रहांगा। यही गल साहिब कर रहे ने, सुख दुख जे परसै नहीं, लोभ मोह अभिमान, कहो नानक सुन रे मना, सो मूर्त भगवान। जेड़ा इस तरह की अवस्था ते चला जाता है वही रब दी मूर्त है। रब ने कोई शरीर धार के सामने नहीं आना, पर वही रब दी मूर्त है। पावन बाणी नूं जदों आपां पढ़दे हां ते पावन बाणी अंदर भी कुछ ऐसी तरतीब सानूं मिल जाती है जिहड़ी सुख अते दुख नूं बराबर जानना सिखाउंदी है। जिस वक्त आपां सतगुरु दी पावन बाणी विचों घोड़ियां सरलेख हेठ बाणी पढ़दे हां ते ये सारे जिहड़े हन खुशी दे गीत हन, पर साहिब कहन लगे अपने बच्चों दे आनंद कारज अंदर ये घोड़ियां दे गीत गाउंदा गाउंदा किते असले नालों ना टुट जाई, भुल ना जाई। वैसे बहुतात असीं भुल जाने आ, असीं गुरु घर दे अंदर जिहड़ी आनंद कारज दी मर्यादा है उत्थे कोशिश करने आ 15 मिनटां अंदर सारा काम हो जाए, पर जिस वक्त साडियां धीआं साडियां मातावां भैणां सड़कां ते बाहर तमाशा करदियां आउंदियां ने, सारियां दे सामने नचदियां आउंदियां ने, कि वो शोभा वाली गल है? उत्थे असीं हो सकदा एक एक घंटा बर्बाद कर दईए, उस वक्त असीं कोई समय दा ख्याल नहीं करदे, पर जिस बचना ने साडे जीवन दे अंदर सदैव काल लई आनंद भरना है, उस वक्त साडे कोल समा नहीं। असीं कहने आ जल्दी जल्दी सारा काम कर दिओ, ते फिर जीवन दे अंदर आनंद कित्थों बनेगा? शायद इसे करके ही तलाक तक दी नौबत जिहड़ी है, जिहड़ी साडे इस घर दे अंदर नहीं सी, ये तलाक तक दीयां नौबतां, ये रिश्तियां अंदर दरारां तां ही पै जांदियां ने क्योंकि ना ते असीं अपने बच्चियां नूं इस तरह कुछ सिखाया समझाया। ये बाहरों कुछ नहीं सी मिलना, किसी भी स्कूल अंदर इत्थे पा दिओ, ना ही गुरमुखी मिलेगी, ना ही गुरमत सिद्धांत कितों मिलने ने, ते ये सब कुछ असीं अपने घर अंदर अपने बच्चियां नूं आप देना सी। ते जे आप नहीं पढ़े, आप समझ नहीं रखी, ते बच्चियां तो भी आस ना कीती जाए कि बच्चे आउण वाले समय अंदर गुटका फड़ लैणगे, जो कुछ असीं करांगे ओही कुछ फिर बच्चियां ने करना है। साहिब जी दे मैं उह तरतीब दी गल सांझी करन लगा सां, जिस वक्त घोड़ियां सरलेख बाणी पढ़ी ते साहिब कहन लगे विआह कारज अंदर इन्ना भी मस्त ना हो जाई जिन्ना बच्चियां दा विआह कारज हो रहा है। एक दिन मौत भी तां आवेगी, सदैव तां ये सुख नहीं बने रहने। नाल ही साहिब ने अलाणियां रच दित्तियां, दर्शन कर लेने आप जी ने। पहला घोड़ियां हन ते नाल ही अलाणियां कि जे अज सुख अंदर मस्त है ते ये भी याद रख मौत भी आवेगी। सुख अते दुख नूं बराबर जानी। जे आप जी ने आ नितनेम अंदर होने आनंद साहिब दी पावन बाणी पढ़ी, जदों गुरु ग्रंथ साहिब दे अंदर आपां पढ़दे आ इन्हां बचनां नूं, ये आनंद साहिब दी बाणी खुशी दी बाणी, ते साहिब कहन लगे बस इन्ना भी खुश ना इन्ना भी मस्त ना हो जाई कि कई जाए घर तां तेरा सब कुछ है, हुण इथों जो भी मंगा वो मिल ही जांदा है ते मिल भी जाएगा, ते उन्हां सुखां नूं पा के सुखां अंदर ही मस्त ना हो जाई। नाल ही सद बाणी नूं रख दिता गया, क्योंकि सद बाणी जिहड़ी है किसी दी मौत दे उपर पड़ी जांदी है। साहिब कहन लगे सुख भी आएगा दुख भी आएगा। पावन बाणी दी तरतीब भी सानू कई कुछ सिखाई जाती है, जे आपां ध्यान देवांगे ते साहिब कहन लगे फिर सुख अते दुख दा सामना करना आ जांदा है। सुख दुख जे परसै नहीं, जिन्हां दे उपर ना सुख ना दुख परस नहीं सकदा। लोभ मोह अभिमान, देखो किन्नी गहरी गल। ये नहीं कहा कि सुख अते दुख आउंदे नहीं, आउंदे जरूर ने जीवन अंदर, पर रब दे प्यारे नूं ये पो नहीं सकदे, टच नहीं कर सकदे, उसनूं दुख उसदा कुछ नहीं बिगाड़ सकदा। फिर जो अगे बचन मैं आरंभता अंदर भी जिक्र कीता है कि तिन्ने श्लोक जिहड़े हन तिन्नां दा ही विशा इक्को ही है, उस्तत निंदिया नाहे जे कंचन लो समान, कहो नानक सुन रे मना।
ਮੁਕਤ ਤਾਹੇ ਤੇ ਜਾਨ। ਕਹਿਣ ਲੱਗੇ ਐਵੇਂ ਫੋਕੀ ਕਿਸੇ ਦੀ ਉਸਤਤ ਨਾ ਕਰੀ ਜਾਈ ਤੇ ਐਵੇਂ ਕਿਸੇ ਦੀ ਨਿੰਦਿਆ ਵੀ ਨਾ ਕਰੀ ਜਾਈ। ਹੋਵੇ ਉਹ ਕੰਡਾ ਤੇ ਅਸੀਂ ਫੁੱਲ ਦੱਸੀ ਜਾਈਏ, ਹੋਵੇ ਉਹ ਫੁੱਲ ਤੇ ਅਸੀਂ ਕੰਡਾ ਦੱਸੀ ਜਾਈਏ। ਐਵੇਂ ਫੋਕੀ ਉਸਤਤ ਨਹੀਂ ਕਰਨੀ। ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਉਸਤਤ ਕਰਨੀ ਹੀ ਕੋਈ ਨਹੀਂ। ਇੱਥੇ ਤਾਂ ਸਤਿਗੁਰੂ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਉਸਤਤ ਤੇ ਕਰਨੀ ਪਏਗੀ। ਪਰ ਫੋਕੀ ਉਸਤਤ ਹੋਵੇ ਉਸ ਦੇ ਪੱਲੇ ਕੁਝ ਵੀ ਨਾ ਤੇ ਐਵੇਂ ਹੀ ਸੰਤ ਬਣਾ ਬਣਾ ਕੇ, ਵੱਡਾ ਬਣਾ ਕੇ ਉਸ ਨੂੰ ਪੇਸ਼ ਕਰੀ ਜਾਓ। ਜਿਸ ਵਕਤ ਕਿਤੇ ਕਿਸੇ ਦਾ ਉਠਾਲਾ ਹੁੰਦਾ ਹੈ, ਦੇਖਿਆ ਜਾਂਦਾ ਹੈ, ਉਸ ਵਕਤ ਬੜਾ ਝੂਠ ਬੋਲਿਆ ਜਾਂਦਾ ਹੈ। ਜੀਵਨ ਅੰਦਰ ਭਾਵੇਂ ਉਸਨੇ ਕੁਝ ਵੀ ਨਾ ਕੀਤਾ ਹੋਏ ਤੇ ਕਹਿ ਦਿੱਤਾ ਜਾਂਦਾ ਹੈ ਕਿ ਇਸ ਨੇ ਸਮਾਜ ਅੰਦਰ, ਇਸ ਨੇ ਜਗਤ ਦੇ ਅੰਦਰ ਬੜੇ ਉੱਚੇ ਸੁੱਚੇ ਕੰਮ ਕੀਤੇ, ਇਹ ਬੜਾ ਚੰਗਾ ਸੀ। ਇਹ ਤੇਰੇ ਕਹਿਣ ਦੀ ਲੋੜ ਨਹੀਂ, ਇਹ ਗੁਰੂ ਜਾਣਦਾ ਹੈ, ਸੰਗਤ ਵੀ ਜਾਣਦੀ ਹੈ ਕਿ ਉਹ ਕਿਹੋ ਜਿਹਾ ਸੀ। ਇਸ ਘਰ ਦੇ ਅੰਦਰ ਨਾਨਕ ਕੈ ਘਰ ਕੇਵਲ ਨਾਮ। ਇੱਥੇ ਫੋਕੀ ਵਡਿਆਈ ਨਹੀਂ, ਇੱਥੇ ਨਾਮ ਦੀ ਗੱਲ ਕਰ। ਉਸਤਤ ਨਿੰਦਿਆ ਨਾਹੀਂ ਜੇ, ਕਿਸੇ ਦੀ ਨਿੰਦਿਆ ਵੀ ਨਾ ਕਰ। ਹਾਂ, ਜਿੱਥੇ ਕਿਤੇ ਸੱਚ ਕਹਿਣਾ ਪਏਗਾ ਉਹ ਕਹਿਣਾ ਪਏਗਾ। ਗੁਰੂ ਨਾਨਕ ਸਾਹਿਬ ਜੀ ਬਾਬਰ ਦੇ ਸਾਹਮਣੇ ਖੜੇ ਹੋ ਕੇ ਕਹਿ ਰਹੇ ਨੇ, ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਉੱਥੇ ਕਹਿਣਾ ਪੈਂਦਾ ਹੈ। ਖੈਰ ਬਹੁਤਾਤ ਅਸੀਂ ਅੱਜ ਦੂਸਰਿਆਂ ਦੀ ਨਿੰਦਿਆ ਕਰਕੇ ਬੜੇ ਖੁਸ਼ ਹੁੰਨੇ ਆ। ਅਸੀਂ ਪਾਣੀ ਤੇ ਫਿਲਟਰ ਕਰ ਕਰਕੇ ਪੀਵਾਂਗੇ ਕਿ ਕਿਤੇ ਕਿਸੇ ਤਰ੍ਹਾਂ ਦਾ ਅੰਦਰ ਕੋਈ ਕੀਟਾਣੂ ਨਾ ਚਲਾ ਜਾਏ। ਪਰ ਵਿਚਾਰ ਸਾਡੇ ਅੰਦਰ ਫਿਲਟਰ ਹੋ ਕੇ ਨਹੀਂ ਜਾ ਰਹੇ। ਵਿਚਾਰ ਇੱਥੇ ਜੋ ਵੀ ਹਨ ਉਹ ਚੰਗੇ ਹਨ, ਮਾੜੇ ਹਨ, ਸਾਰੇ ਅੰਦਰ ਪਾਈ ਜਾਂਦੇ ਆ। ਸਹਿਮ ਕਹਿਣ ਲੱਗੇ ਇਹਨਾਂ ਨੂੰ ਵੀ ਵਿਚਾਰ ਲੈ। ਬਚਨ ਆਪ ਜੀ ਨੇ ਹੁਣੇ ਪੜੇ ਨੇ, ਇਹ ਸਰਵਣੋ ਮੇਰਿਓ ਕਾਦੇ ਵਾਸਤੇ ਲੱਗੇ ਹੋ? ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸਿਰਫ ਕਰਤੇ ਦੇ ਨਾਮ ਨੂੰ ਹੀ ਸੁਣਨ ਵਾਸਤੇ ਤੁਹਾਨੂੰ ਲਾਇਆ ਗਿਆ ਹੈ। ਤੁਹਾਨੂੰ ਨਿੰਦਿਆ ਚੁਗਲੀ ਕਰਨ ਵਾਸਤੇ ਇਹ ਸਰੀਰ ਨਾਲ ਨਹੀਂ ਲਾਇਆ ਗਿਆ। ਉਸਤਤ ਨਿੰਦਿਆ ਨਾਹਿ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਉਹ ਮੁਕਤ ਹੈ, ਉਹ ਭਰਮਾਂ ਤੋਂ ਪਾਸੇ ਹੋ ਗਿਆ। ਹਰਖ ਸੋਗ, ਸੋਗ ਦਾ ਅਰਥ ਹੈ ਗਮੀ, ਹਰਖ ਦਾ ਅਰਥ ਹੈ ਖੁਸ਼ੀ। ਉੱਪਰ ਵਾਲੇ ਸਾਰੇ ਬਚਨ ਚੱਲ ਰਹੇ ਨੇ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਜਿਸ ਨੇ ਵੈਰੀ ਨੂੰ ਵੀ ਮਿੱਤਰ ਸਮਝ ਲਿਆ। ਇੱਕ ਪਾਸੇ ਜਹਾਂਗੀਰ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰ ਦਿੰਦਾ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਹੀ ਲਾਲ ਗੁਰੂ ਹਰਗੋਬਿੰਦ ਸਾਹਿਬ ਆਗਰੇ ਦੀ ਧਰਤੀ ਤੇ ਆਉਂਦੇ ਨੇ ਤੇ ਜਹਾਂਗੀਰ ਬਾਦਸ਼ਾਹ ਦੇ ਨਾਲ ਫਿਰ ਦੋਸਤੀ ਬਣੀ ਹੋਈ ਏ। ਮਨ ਦੇ ਅੰਦਰ ਕੋਈ ਵਿਤਕਰਾ ਹੈ ਹੀ ਕੋਈ ਨਹੀਂ ਕਿ ਇਹ ਮੇਰਾ ਦੁਸ਼ਮਣ ਹੈ। ਇਹ ਸਾਡੀ ਅਵਸਥਾ ਬਣੇਗੀ ਜਾਂ ਨਹੀਂ ਬਣੇਗੀ, ਇਹ ਆਪਣੜੇ ਗਿਰਵਾਨ ਅੰਦਰ ਕਿਤੇ ਆਪ ਝਾਤੀ ਮਾਰ ਕੇ ਦੇਖ ਲਈਏ। ਅਸੀਂ ਤਾਂ ਬਹੁਤਾਤ ਅਜੇ ਬੜੇ ਪਿੱਛੇ ਖੜੇ ਹੋਏ ਆ। ਗੁਰਮਤਿ ਸਾਨੂੰ ਕਿੱਥੇ ਲੈ ਕੇ ਜਾਣਾ ਚਾਹੁੰਦੀ ਏ। ਹਰ ਇੱਕ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ। ਵੈਰੀ ਵੀ ਮਿੱਤਰ ਲੱਗੇ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਉਹ ਅਸਲ ਦੇ ਅੰਦਰ ਮੁਕਤ ਹੈ। ਤੇ ਆਰੰਭਤਾ ਅੰਦਰ ਮੈਂ ਬੋਲ ਸਾਂਝੇ ਕੀਤੇ ਸਨ ਕਿ ਸਾਰੇ ਬੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤ ਵੇਲੇ ਇਹ ਸਾਂਝੇ ਕਰ ਗਏ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜੀਵਨ ਅੰਦਰ ਦੁੱਖ ਆਏਗਾ ਪਰ ਇਸ ਦੁੱਖ ਦੀ ਪਰਵਾਹ ਨਾ ਕਰੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮੰਨੈ। ਸਾਹਿਬ ਕਹਿਣ ਲੱਗੇ ਸੋਨੇ ਵਰਗੀਆਂ ਮਹਿੰਗੀਆਂ ਚੀਜ਼ਾਂ ਵੀ ਤੇਰੇ ਅੱਗੇ ਮਿੱਟੀ ਸਮਾਨ ਹੋਣ। ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਤੂੰ ਸਮਾਜ ਤੋਂ, ਦੁਨੀਆ ਤੋਂ ਪਿੱਛੇ ਰਹਿ ਜਾ, ਸੋਨੇ ਦੀ ਵਰਤੋਂ ਘਰ ਅੰਦਰ ਨਾ ਕਰ। ਇੱਥੇ ਤੇ ਹਰਮੰਦਰ ਸਾਹਿਬ ਸੋਨੇ ਅੰਦਰ ਮੜਿਆ ਹੋਇਆ ਹੈ ਤੇ ਸਾਡਾ ਗੁਰੂ ਕੀ ਕਹੇਗਾ? ਸਾਡੇ ਕੋਲ ਸੋਨਾ ਨਹੀਂ ਹੋਣਾ ਚਾਹੀਦਾ, ਸਾਡੇ ਕੋਲ ਦੁਨੀਆ ਦੇ ਸਾਰੇ ਸੁੱਖ ਹੋਣੇ ਚਾਹੀਦੇ ਨੇ। ਗੁਰੂ ਨਹੀਂ ਚਾਹੁੰਦਾ ਕਿ ਮੇਰਾ ਸਿੱਖ ਜਿਹੜਾ ਹੈ ਉਹ ਫੁੱਟਪਾਥਾਂ ਦੇ ਉੱਪਰ ਗੁਜ਼ਾਰਾ ਕਰੇ। ਹਾਂ, ਜਿਹੜੇ ਅੰਗ ਛੇਦਕ ਗਹਿਣੇ ਹਨ ਉਹਨਾਂ ਨੂੰ ਨਹੀਂ ਪਾਉਣਾ। ਨੱਕ ਦੇ ਅੰਦਰ ਛੇਕ ਕਰਕੇ ਗਹਿਣਾ ਪਾ ਲਿਆ ਜਾਂ ਕੰਨਾਂ ਅੰਦਰ ਛੇਕ ਕਰਕੇ ਗਹਿਣੇ ਪਾ ਲਏ, ਇਹਨਾਂ ਦਾ ਵੀ ਕਾਰਨ ਕੁਝ ਹੋਰ ਸੀ। ਜਦੋਂ ਕਿਤੇ ਇਹ ਧਰਤੀ ਤੇ ਆਏ, ਭਾਰਤ ਦੇ ਅੰਦਰ ਆਏ ਹੋਏ ਉਹ ਲੋਕ ਜਰਵਾਣੇ
ਇਥੋਂ ਦੀਆਂ ਬਹੁ ਬੇਟੀਆਂ ਨੂੰ ਬੰਨ ਕੇ ਲਿਜਾਂਦੇ ਸਨ। ਗਜਨੀ ਦੇ ਬਾਜ਼ਾਰਾਂ ਅੰਦਰ ਜਦੋਂ ਵੇਚਣਾ ਤੇ ਉਸ ਵਕਤ ਨੱਕ ਦੇ ਅੰਦਰ ਜਾਂ ਕੰਨਾਂ ਦੇ ਅੰਦਰ ਛੇਦ ਕਰਕੇ ਉਹ ਨੱਥਾਂ ਪਾ ਦਿੰਦੇ ਸਨ ਕਿ ਪਤਾ ਲੱਗ ਜਾਏ ਇਹ ਔਰਤਾਂ ਵਿਕਣ ਵਾਲੀਆਂ ਹਨ ਜਾਂ ਵਿਕ ਗਈਆਂ ਨੇ। ਪਰ ਅਸੀਂ ਇਸੇ ਚੀਜ਼ ਨੂੰ ਸ਼ਿੰਗਾਰ ਸਰੀਰ ਦਾ ਬਣਾ ਲਿਆ। ਸਾਹਿਬ ਕਹਿਣ ਲੱਗੇ ਜਾਂ ਗੁਰਮਤਿ ਸਿਧਾਂਤ ਕਹਿੰਦਾ ਅੰਗ ਛੇਦਕ ਗਹਿਣਾ ਨਹੀਂ ਪਾਉਣਾ, ਕੜਾ ਪਾ ਸਕਦਾ ਪਰ ਇਹ ਨਾ ਕੋਈ ਸਰਬ ਲੋਹ ਦੇ ਕੜੇ ਨੂੰ ਪਿੱਛੇ ਕਰ ਦੇ। ਸਰਬ ਲੋਹ ਦੇ ਕੜੇ ਨੂੰ ਹੀ ਸਤਿਗੁਰੂ ਨੇ ਅੱਗੇ ਕੀਤਾ। ਇਸ ਤੋਂ ਬਿਨਾ ਵੀ ਸੋਨੇ ਦੇ ਕੜੇ ਤੋਂ ਬਿਨਾ ਸਰ ਸਕਦਾ ਹੈ, ਪਰ ਜੇ ਕਿਤੇ ਪਾਉਣਾ ਪੈ ਜੇ ਤੇ ਗੁਰਮਤਿ ਰੋਕਦੀ ਨਹੀਂ। ਅੰਗੂਠੀ ਪਾਉਣੀ ਪੈ ਜੇ ਪਾ ਸਕਦਾ ਹੈ। ਜੇ ਕਿਤੇ ਦੁੱਖ ਸੁੱਖ ਅੰਦਰ ਕਿਤੇ ਮੁਸੀਬਤ ਅੰਦਰ ਫਸ ਜਾਏ, ਜੇਬ ਕੱਟੀ ਜਾਏ, ਕੜਾ ਵੇਚ ਕੇ ਉਹ ਮੁੰਦਰੀ ਵੇਚ ਕੇ ਘਰ ਤੱਕ ਤੇ ਪਹੁੰਚ ਜਾਏਗਾ। ਸਤਿਗੁਰੂ ਦਾ ਘਰ ਨਹੀਂ ਕਹਿੰਦਾ ਤੇਰੇ ਕੋਲੇ ਸੁੱਖ ਨਹੀਂ ਹੋਣੇ ਚਾਹੀਦੇ, ਪਰ ਜਦੋਂ ਗੁਰਮਤਿ ਸਿਧਾਂਤ ਕਿਤੇ ਹਿਰਦੇ ਅੰਦਰ ਆ ਟਿਕਣਗੇ ਫਿਰ ਇਹਨਾਂ ਗੱਲਾਂ ਦੀ ਸਮਝ ਪੈ ਜਾਂਦੀ। ਸਾਹਿਬ ਦੇ ਬਚਨ ਸਾਂਝੇ ਕਰ ਰਿਹਾ ਕਿ ਮਿੱਟੀ ਦੇ ਸਮਾਨ ਜਾਣੋ ਪਰ ਰੱਖੋ ਸਭ ਕੁਝ ਇਹ ਮਨ ਅੰਦਰ ਧਾਰਨ ਕਰ ਲਈਏ ਕਿ ਖਾਰ ਸਮੁੰਦ ਢੰਡੋਲੀ ਹੈ, ਇੱਕ ਮਣੀਆਂ ਪਾਵੇ, ਦੋਏ ਦਿਨ ਚਾਰ ਸੁਹਾਵਣਾ ਮਾਟੀ ਤੇ ਸਿਖਾਵੇ। ਇਹ ਸੋਨਾ ਵੀ ਇੱਕ ਦਿਨ ਮਿੱਟੀ ਹੋ ਜਾਣਾ। ਸਾਹਿਬ ਦੇ ਅਗਲੇ ਬਚਨ ਨਹਿ ਨਿੰਦਿਆ ਨਹਿ ਉਸਤਤ ਜਾਗੈ, ਲੋਭ ਮੋਹ ਅਭਮਾਨਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ, ਕਾਮ ਕ੍ਰੋਧ ਜੇ ਪਰਸੈ ਨਾਇਨ ਤੇ ਘਟ ਬ੍ਰਹਮ ਨਿਵਾਸਾ। ਫਿਰ ਹੁਣ ਕਹਿਣ ਲੱਗੇ ਜਦੋਂ ਇਹ ਸਭ ਕੁਝ ਧਾਰਨ ਕਰ ਲਿਆ ਹੁਣ ਕਹਿਣਾ ਪੈਂਦਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ। ਮਰਨ ਤੋਂ ਬਾਅਦ ਨਹੀਂ ਜਿਉਂਦੇ ਹੀ ਉਹ ਇੱਕਮਿਕ ਹੋ ਗਿਆ ਕਿਉਂਕਿ ਉਹ ਮੂਰਤ ਭਗਵਾਨ ਦੀ ਬਣ ਗਈ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ। ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਇੱਕਮਿਕ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਬਸ ਇਸੇ ਤਰ੍ਹਾਂ ਹੀ ਉਹ ਜਪਣ ਵਾਲੇ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਦੁਸ਼ਮਣ ਵਾਲੀ ਬਿਰਤੀ ਰਹਿੰਦੀ ਹੀ ਕੋਈ ਨਹੀਂ। ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਜਦੋਂ ਇਸ ਅਵਸਥਾ ਦੇ ਧਾਰਨੀ ਜੀਵ ਬਣ ਜਾਂਦੇ ਨੇ ਤੇ ਸਾਹਿਬ ਕਹਿਣ ਲੱਗੇ ਬਸ ਉਹੀ ਇਨਸਾਨ ਜਿਹੜੇ ਹਨ ਉਹ ਰੱਬ ਦੀ ਮੂਰਤ ਬਣ ਗਏ। ਰੱਬ ਨੇ ਆਪ ਨਹੀਂ ਆਉਣਾ, ਬਸ ਇਸ ਤਰ੍ਹਾਂ ਦੇ ਪ੍ਰਾਣੀਆਂ ਦੇ ਅੰਦਰ ਹੀ ਉਹ ਵਰਤਦਾ ਹੈ ਕਿਉਂਕਿ ਉਸ ਦਾ ਚੱਕਰ ਚਿੰਨ ਕੋਈ ਨਹੀਂ। ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਨੇ। ਬਸ ਜਪਣ ਵਾਲੇ ਹੀ ਰੱਬ ਦਾ ਰੂਪ ਬਣ ਜਾਂਦੇ ਨੇ। ਪਰ ਹੁਣ ਕੋਈ ਵਾਕਈ ਜਪਣ ਵਾਲੇ ਇਹ ਨਾ ਹੋਏ ਇਕੱਲਾ ਲਿਬਾਸ ਪਾਇਆ ਹੋਵੇ, ਭਾਂਡਾ ਤੇ ਬੜਾ ਸਜਾਇਆ ਹੋਵੇ ਪਰ ਅੰਦਰ ਕੁਝ ਵੀ ਨਾ ਹੋਵੇ। ਇਹ ਤਾਂ ਸਾਨੂੰ ਸਮਝ ਪਏਗੀ ਜੇ ਸਾਡੇ ਕੋਲ ਵੀ ਕਿਤੇ ਉਹ ਅਵਸਥਾ ਪਾਵਨ ਬਾਣੀ ਦੀ ਹਿਰਦੇ ਅੰਦਰ ਆ ਜਾਏ ਜਿਸ ਨੂੰ ਸੁਖਮਨੀ ਸਾਹਿਬ ਅੰਦਰ ਵੀ ਪੜ੍ਹਦੇ ਆ ਕਿ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ ਦੂਸਰੇ ਨੂੰ ਨਹੀਂ ਪਤਾ ਲੱਗਦਾ। ਤੇ ਜੇ ਆਪਣੇ ਕੋਲ ਕੁਝ ਉਸ ਤਰ੍ਹਾਂ ਦਾ ਕਿਣਕਾ ਹੋਵੇਗਾ ਤੇ ਫਿਰ ਅਸੀਂ ਦੂਸਰੇ ਨੂੰ ਵੀ ਪਛਾਣ ਸਕਦੇ ਆ। ਸਾਹਿਬ ਕਿਰਪਾ ਕਰਨ ਬਚਨ ਹਿਰਦਿਆਂ ਅੰਦਰ ਵਸਣ, ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ